ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਵਾਰਤਾ ਸਰਵਣ ਕਰ ਰਹੇ ਹਾਂ। ਉਸ ਦਾ ਪਹਿਲਾ ਭਾਗ ਆਪਾਂ ਸੁਣਿਆ, ਹੁਣ ਆਪਾਂ ਦੂਜਾ ਭਾਗ ਸਰਵਣ ਕਰਦੇ ਹਾਂ। ਪਹਿਲੇ ਭਾਗ ਦੇ ਅਖੀਰ ਦੇ ਵਿੱਚ ਆਪਾਂ ਸੁਣਿਆ ਸੀ ਕਿ ਸਤਿਗੁਰੂ ਜੀ ਕੈਦ ਵਿੱਚ ਹਨ। ਉਹਨਾਂ ਕੋਲ ਜੋਗੀਆਂ ਦਾ ਜੋਗੀ ਗੋਰਖ ਆਇਆ, ਤਾਂ ਸਾਈਂ ਮੀਆਂ ਮੀਰ ਜੀ ਆਏ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸ਼ਕਤੀ ਦੇ ਨਾਲ ਸਭ ਕੁਝ ਤਹਿਸ਼ ਨਹਿਸ਼ ਕਰ ਦਿੰਦੇ ਹਾਂ, ਬਟ ਸਤਿਗੁਰੂ ਜੀ ਨੇ ਉਹਨਾਂ ਨੂੰ ਮਨਾ ਕਰ ਦਿੱਤਾ। ਤਾਂ ਗੋਰਖ ਨੇ ਸਮੋਹਣ ਕਰਕੇ ਸਾਰੇ ਪਹਿਰੇਦਾਰਾਂ ਨੂੰ ਸੁਲਾ ਦਿੱਤਾ ਸੀ। ਜਦ ਉਹਨਾਂ ਨੂੰ ਜਾਗ ਆਈ ਤਾਂ ਉਹਨਾਂ ਨੂੰ ਇੱਦਾਂ ਲੱਗਿਆ ਕਿ ਜਿਵੇਂ ਅਸੀਂ ਸੌਂ ਗਏ ਹੁੰਦੇ ਹਾਂ। ਸੋ ਉਹਨਾਂ ਨੇ ਸੋਚਿਆ ਕਿ ਜੇ ਚੰਦੂ ਨੂੰ ਪਤਾ ਲੱਗ ਜਾਂਦਾ, ਜੇ ਗੁਰੂ ਜੀ ਚਲੇ ਜਾਂਦੇ ਤਾਂ ਸਾਨੂੰ ਚੰਦੂ ਨੇ ਮਰਵਾ ਦੇਣਾ ਸੀ। ਸੋ ਇਸ ਤੋਂ ਅੱਗੇ ਆਪਾਂ ਭਾਗ ਦੂਜੇ ਦੇ ਵਿੱਚ ਸਤਿਗੁਰੂ ਜੀ ਦੀ ਸ਼ਹੀਦੀ ਪ੍ਰਥਾਏ ਕਥਾ ਸਰਵਣ ਕਰਦੇ ਹਾਂ। ਸਾਰੀ ਰਾਤ ਬੀਤ ਗਈ, ਦਿਨ ਚੜੇ, ਪਾਪੀ ਚੰਦੂ ਫੇਰ ਆਇਆ ਤੇ ਮਨ ਵਿੱਚ ਵਿਚਾਰਦਾ ਕਿ ਇੰਨੇ ਕਸ਼ਟ ਦੇਣ ਤੇ ਵੀ ਗੁਰੂ ਡਰਦਾ ਨਹੀਂ, ਸਗੋਂ ਬਿਨਾਂ ਡਰ ਤੋਂ ਅੱਗੋਂ ਬੋਲਦਾ। ਗਰਮ ਜਲ ਤੇ ਗਰਮ ਰੇਤ ਸਰੀਰ ਉੱਤੇ ਪਾਇਆ, ਫੇਰ ਵੀ ਇਹ ਨਾ ਡੋਲਿਆ, ਸਥਿਰ ਰਿਹਾ। ਮੈਂ ਵੀ ਆਪਣੀ ਹੱਠ ਨੂੰ ਛੱਡਾਂਗਾ ਨਹੀਂ, ਅੱਜ ਲੋਹ ਨੂੰ ਗਰਮ ਕਰਾਂਗਾ ਅਤੇ ਉਹਨਾਂ ਨੂੰ ਉਸ ਉੱਤੇ ਖੜੇ ਕਰਾਂਗਾ, ਫਿਰ ਆਪੇ ਬੋਲਣਗੇ। ਇਸ ਤਰ੍ਹਾਂ ਵਿਚਾਰ ਕੇ ਉਸਨੇ ਇੱਕ ਲੋਹ ਮੰਗਵਾਈ, ਜਿਸ ਨੂੰ ਅਸੀਂ ਪੰਜਾਬੀ 'ਚ ਤਵੀ ਕਹਿੰਦੇ ਹਾਂ। ਸੋ ਉਹ ਲੋਹ ਮੰਗਵਾ ਕੇ ਚੁੱਲ੍ਹੇ ਉੱਤੇ ਬੀੜ ਦਿੱਤੀ ਅਤੇ ਉਸ ਥੱਲੇ ਲੱਕੜਾਂ ਬਾਲ ਦਿੱਤੀਆਂ। ਜਦ ਉਹ ਤਾਂਬੇ ਵਾਂਗ ਲਾਲ ਹੋ ਗਈ ਤਾਂ ਉਸਨੇ ਗੁਰੂ ਜੀ ਨੂੰ ਬੁਲਾ ਕੇ ਆਖਿਆ, ਇਸ ਲੋਹ ਉੱਤੇ ਖੜੇ ਹੋ ਜਾਓ ਅਤੇ ਗਰਮੀ ਬਰਦਾਸ਼ਤ ਕਰੋ, ਨਹੀਂ ਤਾਂ ਮੇਰੀ ਲੜਕੀ ਦਾ ਰਿਸ਼ਤਾ ਮੰਨ ਲਓ। ਕਵੀ ਸੰਤੋਖ ਜੀ ਲਿਖਦੇ ਹਨ, ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜੇ ਕਿਸੇ ਨੇ ਜਨਮ ਦਾ ਚੰਡਾਲ ਵੇਖਿਆ ਹੋਵੇ ਤਾਂ ਉਹ ਚੰਦੂ ਨੂੰ ਵੇਖ ਕੇ ਹਾਹਾਕਾਰ ਕਰ ਉੱਠੇਗਾ ਅਤੇ ਉਸ ਨੂੰ ਚੰਡਾਲਾਂ ਦਾ ਚੰਡਾਲ ਕਹੇਗਾ। ਜਦ ਚੰਦੂ ਨੇ ਗੁਰੂ ਜੀ ਨੂੰ ਕਿਹਾ ਕਿ ਜਾਂ ਰਿਸ਼ਤਾ ਮੰਨ ਲਓ ਜਾਂ ਇਸ ਲੋਹ ਉੱਪਰ, ਤਪਦੀ ਹੋਈ ਲੋਹ ਦੇ ਉੱਤੇ ਖੜੇ ਹੋ ਜਾਓ ਜਾਂ ਬੈਠ ਜਾਓ, ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ ਅਤੇ ਉਹ ਲੋਹ ਉੱਤੇ ਚੜ੍ਹ ਕੇ ਸਥਿਰ ਰੂਪ ਵਿੱਚ ਬੈਠ ਗਏ। ਇਹ ਵੇਖ ਕੇ ਸਿੱਖਾਂ ਦਾ ਦੁੱਖ ਬਹੁਤ ਵੱਧ ਗਿਆ। ਉਹ ਗੁਰੂ ਜੀ ਕੋਲ ਜਾਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਸਿਪਾਹੀਆਂ ਨੇ ਰੱਸਿਆਂ ਦੇ ਨਾਲ ਬੰਨਿਆ ਹੋਇਆ ਸੀ, ਜਕੜ ਕੇ ਬੰਨਿਆ ਹੋਇਆ ਸੀ, ਪੱਕਿਆਂ ਕੀਤਾ ਹੋਇਆ ਸੀ। ਅੱਗ ਨੇ ਆਪਣਾ ਸੁਭਾਅ ਬਦਲ ਕੇ ਠੰਡਾ ਕਰ ਲਿਆ। ਗੁਰੂ ਜੀ ਦਾ ਮਨ ਅਤੇ ਆਤਮਾ ਸ਼ਾਂਤ ਸੀ ਅਤੇ ਉਹ ਦੁੱਖ ਮਹਿਸੂਸ ਨਹੀਂ ਕਰਦੇ ਸੀ, ਪਰ ਦੇਖਣ ਵਿੱਚ ਪੈਰਾਂ ਦੀਆਂ ਤਲੀਆਂ ਸੜ ਗਈਆਂ ਸਨ। ਚੰਦੂ ਚਾਹੁੰਦਾ ਸੀ ਕਿ ਉਹ ਕਿਸੇ ਡਰ ਨਾਲ ਮੇਰੇ ਅਧੀਨ ਹੋ ਜਾਣ ਅਤੇ ਰਿਸ਼ਤਾ ਮੰਨ ਲੈਣ, ਪਰ ਗੁਰੂ ਜੀ ਲੋਹ ਉੱਤੇ ਬੈਠੇ ਅਡੋਲ ਸਮਾਧੀ ਵਿੱਚ ਮਗਨ ਸਨ। ਉਹ ਦੇਖਣ ਨੂੰ ਸੜੀ ਹੋਈ ਚਮੜੀ ਵਿਖਾ ਰਹੇ ਸਨ, ਪਰ ਅੱਗ ਦੇ ਸੇਕ ਤੋਂ ਪੀੜ ਅਨੁਭਵ ਨਹੀਂ ਕਰ ਰਹੇ ਸਨ। ਇਹ ਇੱਕ ਅਜਿਹੀ ਕਰਾਮਾਤ ਸੀ ਜਿਸ ਨੂੰ ਕੋਈ ਨਹੀਂ ਜਾਣਦਾ। ਇਹ ਵੇਖ ਕੇ ਵੀ ਚੰਦੂ ਨੂੰ ਪ੍ਰਤੀਤ ਨਹੀਂ ਹੋਈ ਕਿ ਗੁਰੂ ਜੀ ਸਰਬ ਸ਼ਕਤੀਮਾਨ ਹਨ, ਪਰ ਉਹ ਬੇਸੁਰਤੀ ਵਿੱਚ ਆਪਣੇ ਆਉਣ ਵਾਲੇ ਦੁੱਖਾਂ ਵੱਲ ਵੱਧ ਰਿਹਾ ਸੀ। ਇੱਕ ਪਹਿਰ ਤੱਕ, ਜਾਣੀ ਕਿ 3 ਘੰਟੇ ਤੱਕ ਗੁਰੂ ਜੀ ਲੋਹ ਉੱਤੇ ਬੈਠੇ ਰਹੇ। ਅੰਤ ਨੂੰ ਚੰਦੂ ਨੇ ਆਪ ਹੀ ਲੋਹ ਉੱਤੋਂ ਉਤਰਵਾ ਲਿਆ। ਫਿਰ ਉਹ ਅਗਲੇ ਉਪਾਵਾਂ ਬਾਰੇ ਸੋਚਣ ਲੱਗਾ ਕਿ ਹੁਣ ਕੀ ਕਰਨਾ। ਇਹ ਤਾਂ ਬੋਲਿਆ ਹੀ ਨਹੀਂ, ਕੋਈ ਨਵਾਂ ਸੰਕਟ ਵਿਖਾਵਾਂ, ਜਿਸ ਦੇ ਡਰ ਕਰਕੇ ਗੁਰੂ ਆਪਣੀ ਚੁੱਪੀ ਤੋੜੇ ਅਤੇ ਬੋਲੇ। ਇਹ ਵੱਡੇ ਧਰਮੀ ਲੱਗਦੇ ਆ,
ਅਤੇ ਆਪਣੇ ਧਰਮ ਨੂੰ ਛੱਡ ਨਹੀਂ ਰਹੇ। ਇਹਨਾਂ ਨੇ ਆਪਣੀ ਜਾਨ ਦੇਣੀ ਪ੍ਰਵਾਨ ਕਰ ਲਈ ਹੈ। ਉਸ ਨੂੰ ਧਰਮ ਤੋਂ ਯਾਦ ਆਇਆ ਕਿ ਇਹ ਆਪਣਾ ਧਰਮ ਜਾਣ ਤੋਂ ਡਰਦੇ ਹਨ। ਹੁਣ ਕੋਈ ਇਹਨਾਂ ਦਾ ਧਰਮ ਡਲਾਉਣ ਵਾਲਾ ਉਪਾਅ ਕਰੀਏ। ਇਹ ਨਿਸ਼ਚਾ ਕਰਕੇ ਮੂਰਖ ਪਾਪੀ ਚੰਦੂ ਨੇ ਗੁਰੂ ਜੀ ਨੂੰ ਸੁਣਾ ਕੇ ਸਿਪਾਹੀਆਂ ਨੂੰ ਆਖਿਆ, ਅੱਜ ਹੀ ਕੋਈ ਸਿਪਾਹੀ ਚੰਡਾਲ ਪਾਸ ਜਾਓ ਅਤੇ ਗਊ ਦੀ ਆਪਣੇ ਸਾਹਮਣੇ ਹੱਤਿਆ ਕਰਵਾ ਕੇ ਅਤੇ ਉਸ ਦੀ ਤਾਜ਼ਾ ਖੱਲ ਉਤਾਰ ਕੇ ਸਵੇਰ ਤੱਕ ਇੱਥੇ ਲੈ ਕੇ ਆਓ। ਕੱਲ੍ਹ ਨੂੰ ਮੈਂ ਉਸ ਖੱਲ ਵਿੱਚ ਇਸ ਗੁਰੂ ਨੂੰ ਮੜ ਕੇ ਇਸ ਦਾ ਧਰਮ ਵਿਗਾੜ ਕੇ ਇਸ ਦੇ ਪ੍ਰਾਣ ਕੱਢ ਲਵਾਂਗਾ। ਇਹ ਕਹਿ ਕੇ ਮੂਰਖ ਆਪਣੇ ਘਰ ਚਲਾ ਗਿਆ। ਚੰਦੂ ਦੀ ਨੂੰਹ ਸੋਚਦੀ ਹੈ ਕਿ ਗੁਰੂ ਜੀ ਮੇਰੇ ਪਾਪੀ ਸਹੁਰੇ ਵੱਲੋਂ ਦਿੱਤੇ ਬਹੁਤ ਸੰਕਟ ਚੱਲ ਰਹੇ ਹਨ, ਕੁਝ ਖਾਂਦੇ ਪੀਂਦੇ ਵੀ ਨਹੀਂ। ਉਹ ਅੱਧੀ ਰਾਤ ਨੂੰ ਉੱਠ ਕੇ ਚੋਰੀ ਨਾਲ ਉੱਥੇ ਆ ਗਈ ਜਿੱਥੇ ਗੁਰੂ ਜੀ ਸਨ। ਇੱਕ ਵਾਰ ਫਿਰ ਸਿਪਾਹੀਆਂ ਨੇ ਪਿੱਛੇ ਮੋੜ ਦਿੱਤਾ, ਪਰ ਫਿਰ ਉਸਨੇ ਗਹਿਣਿਆਂ ਦਾ ਲਾਲਚ ਦਿੱਤਾ ਤਾਂ ਉਹਨਾਂ ਨੇ ਚੰਦੂ ਦੀ ਨੂੰਹ ਨੂੰ ਅੱਗੇ ਜਾਣ ਦਿੱਤਾ। ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਹੱਥ ਜੋੜ ਕੇ ਖੜੀ ਹੋ ਗਈ। ਫਿਰ ਬੇਨਤੀ ਕੀਤੀ, ਹੇ ਪ੍ਰਭੂ ਜੀ, ਮੈਂ ਤੁਹਾਡੀ ਅਪਰਾਧਣ ਹਾਂ। ਤੁਹਾਡੇ ਉੱਤੇ ਐਨੇ ਕਸ਼ਟ ਦੇਖ ਕੇ ਅਤੇ ਸੁਣ ਕੇ ਹਾਲੇ ਤੱਕ ਵੀ ਜਿਉਂਦੀ ਹਾਂ। ਪਾਪੀ ਦੇ ਪਰਿਵਾਰ ਨੂੰ ਨਹੀਂ ਛੱਡਿਆ। ਮੇਰਾ ਕੋਈ ਚਾਰਾ ਨਹੀਂ ਚੱਲਦਾ, ਮੇਰਾ ਮਰਨਾ ਹੀ ਠੀਕ ਹੈ। ਗੁਰੂ ਜੀ ਨੇ ਕਿਹਾ, ਹੇ ਪੁੱਤਰੀ, ਤੂੰ ਇਸ ਘਰ ਦੇ ਲਾਇਕ ਹੀ ਨਹੀਂ ਹੈ। ਸਵੇਰੇ ਅਸੀਂ ਜਾਣ ਦੀ ਤਿਆਰੀ ਕਰ ਲਈ ਹੈ ਤੇ ਤੂੰ ਸਾਡੇ ਨਾਲ ਜਾਣ ਦੀ ਤਿਆਰੀ ਕਰ। ਉਹ ਕਹਿਣ ਲੱਗੀ, ਮੇਰੇ ਵਾਸਤੇ ਕੋਈ ਸੇਵਾ ਹੈ ਤਾਂ ਕਹੋ, ਮੈਂ ਕਰਾਂਗੀ। ਤੁਸੀਂ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਦੱਸ ਦਿੱਤਾ, ਹੁਣ ਮੈਂ ਆਪਣੇ ਪ੍ਰਾਣ ਤਿਆਗ ਦੇਵਾਂਗੀ। ਹੁਣ ਇਹ ਜੀਵਨ ਚੰਗਾ ਨਹੀਂ ਲੱਗਦਾ। ਗੁਰੂ ਜੀ ਨੇ ਕਿਹਾ, ਮੇਰੀ ਕੋਈ ਇੱਛਾ ਨਹੀਂ ਹੈ, ਹੁਣ ਤੂੰ ਜਾ ਕੇ ਆਪਣੇ ਚਿੱਤ ਦੀ ਇੱਛਾ ਪੂਰੀ ਕਰ। ਇਹ ਸੁਣ ਕੇ ਉਹ ਮਰਨ ਦਾ ਪੱਕਾ ਨਿਸ਼ਚਾ ਕਰਕੇ ਚਲੀ ਗਈ ਅਤੇ ਸੋਚਦੀ ਜਾਂਦੀ ਹੈ ਕਿ ਹੁਣ ਜਿਉਣ ਦਾ ਕੋਈ ਫਲ ਵੀ ਨਹੀਂ ਹੈ। ਪਿਛਲੇ ਦਿਨਾਂ ਤੋਂ ਨਗਰ ਵਿੱਚ ਰੌਲਾ ਪੈ ਰਿਹਾ ਸੀ। ਲੋਕ ਦਰ-ਦਰ ਖੜੇ ਹੋ ਕੇ ਇੱਕ ਦੂਜੇ ਕੋਲੋਂ ਕਨਸੋਆਂ ਲੈ ਰਹੇ ਸੀ। ਉਹ ਵਾਰ-ਵਾਰ ਚੰਦੂ ਦੇ ਦਰਵਾਜ਼ੇ ਅੱਗੇ ਜਾਂਦੇ ਅਤੇ ਵਾਰ-ਵਾਰ ਵੇਖ ਕੇ ਵਾਪਸ ਆ ਜਾਂਦੇ। ਦਰਵਾਜ਼ਾ ਹਮੇਸ਼ਾ ਬੰਦ ਰਹਿੰਦਾ ਸੀ। ਕੋਈ ਪਤਾ ਨਹੀਂ ਲੱਗਦਾ ਸੀ ਕਿ ਅੰਦਰ ਕੀ ਹੋ ਰਿਹਾ। ਗੁਰੂ ਜੀ ਦੇ ਦਰਸ਼ਨ ਵੀ ਨਹੀਂ ਹੋ ਰਹੇ ਸੀ ਤੇ ਕਿੰਨੇ ਦਿਨਾਂ ਤੋਂ 5 ਸਿੱਖ ਵੀ ਦੁਬਾਰਾ ਨਹੀਂ ਵੇਖੇ ਗਏ। ਉਹ ਸੋਚਦੇ ਸੀ ਕਿ ਦਰਵਾਜ਼ਾ ਹੀ ਟੁੱਟ ਜਾਏ। ਹੋਰ ਉਹ ਕੀ ਕਰਦੇ? ਕੋਈ ਜ਼ੋਰ ਤਾਂ ਚੱਲਦਾ ਨਹੀਂ ਸੀ। ਅੰਦਰ ਦੀ ਕੋਈ ਗੱਲ ਵੀ ਨਹੀਂ ਜਾਣੀ ਜਾਂਦੀ ਸੀ। ਕੋਈ ਵਸ ਵੀ ਨਹੀਂ ਚੱਲਦਾ ਸੀ। ਕੋਈ ਯਤਨ ਵੀ ਨਹੀਂ ਹੋ ਰਿਹਾ ਸੀ। ਸਿੱਖ ਧਰਮਸ਼ਾਲਾ ਵਿੱਚ ਮਿਲ ਕੇ ਪਛਤਾਉਂਦੇ ਸੀ। ਦਿਨ ਵੇਲੇ ਕਾਰੋਬਾਰ ਵੀ ਨਹੀਂ ਕਰਦੇ ਸੀ। ਆਪਸ ਵਿੱਚ ਮਿਲ ਕੇ ਕਹਿੰਦੇ ਸਨ ਕਿ ਹੁਣ ਗੁਰੂ ਜੀ ਪਾਪੀ ਦੇ ਵਸ ਪੈ ਗਏ ਹਨ। ਉਹ ਕਾਫੀ ਸਮੇਂ ਤੋਂ ਈਰਖਾ ਕਰਕੇ ਬਾਦਸ਼ਾਹ ਪਾਸ ਚੁਗਲੀਆਂ ਕਰਦਾ ਰਹਿੰਦਾ ਸੀ। ਕੋਈ ਕਹਿੰਦਾ ਸੀ ਜਾਪਦਾ ਉਹਨਾਂ ਨੂੰ ਰਿਸ਼ਤਾ ਲੈਣ ਵਾਸਤੇ ਮਨਾ ਰਿਹਾ। ਗੁਰੂ ਜੀ ਐਸੇ ਪਾਪੀ ਦਾ ਰਿਸ਼ਤਾ ਕਦੇ ਨਹੀਂ ਲੈਣਗੇ। ਕੋਈ ਕਹਿੰਦਾ ਸੀ ਹੁਣ ਹੱਠ ਨੂੰ ਛੱਡ ਕੇ ਸਗਾਈ ਲੈ ਲੈਣਾ, ਇਹੋ ਹੀ ਚੰਗਾ। ਜਦ ਚੰਦੂ ਸਵੇਰੇ ਉੱਠਿਆ ਤਾਂ ਉਸਨੇ ਉੱਠਦਿਆਂ ਹੀ ਸੋਚਿਆ ਕਿ ਅੱਜ ਗੁਰੂ ਨੂੰ ਮੈਂ ਮਨਾ ਲਵਾਂਗਾ, ਨਹੀਂ ਤਾਂ ਉਸ ਦਾ ਘਾਤ ਕਰ ਦੇਵਾਂਗਾ, ਉਸ ਨੂੰ ਮਾਰ ਦਿਆਂਗਾ। ਉਸ ਨੂੰ ਧਰਮ ਬਹੁਤ ਪਿਆਰਾ ਹੈ ਅਤੇ ਉਸ ਨੂੰ ਧਰਮ ਦੇ ਨਾਮ ਉੱਤੇ ਡਰਾ ਕੇ ਆਪਣੀ ਲੜਕੀ ਦਾ ਰਿਸ਼ਤਾ ਪੱਕਾ ਕਰ ਦਿਆਂਗਾ, ਨਹੀਂ ਤਾਂ ਚਮੜੇ ਵਿੱਚ ਮੜਵਾ ਕੇ ਮਾਰ ਦੇਵਾਂਗਾ। ਇਹ ਸੋਚ ਕੇ ਦੁਸ਼ਟ ਗੁੱਸੇ ਵਿੱਚ ਆਇਆ ਅਤੇ ਘਰੋਂ ਆ ਕੇ ਗੁਰੂ ਜੀ ਕੋਲ ਬੈਠ ਗਿਆ ਅਤੇ ਕਹਿਣ ਲੱਗਾ, ਹੁਣ ਤਾਂ ਰਿਸ਼ਤਾ ਮੰਨ ਲਵੋ। ਬਾਦਸ਼ਾਹ ਸਾਰੇ ਮੁਲਕ ਦਾ ਮਾਲਕ ਹੈ ਅਤੇ ਮੈਂ ਉਸ ਦਾ ਦੀਵਾਨ ਹਾਂ ਅਤੇ ਹਮੇਸ਼ਾ ਉਸ ਦੇ ਪਾਸ ਬੈਠਦਾ। ਹਰ ਥਾਂ ਮੇਰਾ ਹੁਕਮ ਚੱਲਦਾ। ਤੁਸੀਂ ਮੇਰਾ ਗਰੀਬਾਂ ਵਾਂਗ ਨਿਰਾਦਰ ਕੀਤਾ। ਮੈਂ ਹੁਣ ਗਾਂ ਦਾ ਗਿੱਲਾ ਚਮੜਾ ਲੈ ਕੇ ਉਸ ਵਿੱਚ ਤੁਹਾਡੇ ਸਰੀਰ ਨੂੰ ਮੜ ਦੇਵਾਂਗਾ ਅਤੇ ਫਿਰ ਧੁੱਪੇ ਰੱਖ ਦਿਆਂਗਾ। ਚੰਮ ਦੇ ਸੁੱਕਣ ਨਾਲ ਤੁਹਾਡੇ ਪ੍ਰਾਣ ਨਿਕਲ ਜਾਣਗੇ ਅਤੇ ਤੁਹਾਨੂੰ ਮੈਂ ਧਰਮ ਰਹਿਤ ਕਰਕੇ ਮਾਰ ਦੇਵਾਂਗਾ।
ਹੁਣ ਮੈਂ ਸਿਪਾਹੀ ਭੇਜ ਕੇ ਤੁਹਾਡਾ ਘਰ ਬਾਰ ਲੁੱਟ ਲਵਾਂਗਾ ਅਤੇ ਤੁਹਾਡੇ ਪੁੱਤਰ ਨੂੰ ਉਸੇ ਤਰ੍ਹਾਂ ਕਸ਼ਟ ਦੇ ਕੇ ਮਾਰਾਂਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਮਾਰ ਰਿਹਾ। ਹੁਣ ਮੈਂ ਉਸ ਨੂੰ ਵੀ ਮਾਰ ਦਿਆਂਗਾ, ਜਿਉਂਦਾ ਨਹੀਂ ਛੱਡਾਂਗਾ। ਨਹੀਂ ਤਾਂ ਅੱਜ ਰਿਸ਼ਤਾ ਮੰਨ ਲਵੋ, ਪ੍ਰਾਣ ਅਤੇ ਘਰ ਬਾਰ ਦੋਵੇਂ ਬਚਾ ਲਵੋ। ਜੋ ਕਹਿਣਾ ਹੈ ਸੋ ਹੁਣ ਕਹੋ, ਹੁਣ ਵੇਲਾ ਹੈ, ਮੈਂ ਮਾਫ ਕਰ ਸਕਦਾ। ਗੁਰੂ ਜੀ ਨੇ ਚੰਦੂ ਦੀਆਂ ਸਾਰੀਆਂ ਗੱਲਾਂ ਸੁਣ ਕੇ ਆਖਿਆ, ਹੁਣ ਅਸੀਂ ਇੱਕ ਵਾਰ ਰਾਵੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ ਅਤੇ ਫਿਰ 5 ਸੇਵਕਾਂ ਨੂੰ ਮੇਰੇ ਨਾਲ ਭੇਜੋ। 5 ਦਿਨ ਇਸੇ ਤਰ੍ਹਾਂ ਹੀ ਮੇਰੇ ਬੀਤ ਗਏ ਹਨ। ਪਵਿੱਤਰ ਹੋ ਕੇ ਨਿਸ਼ਚਲ ਮਤ ਧਾਰਨ ਕਰਕੇ ਗੱਲ ਕਰਾਂਗੇ। ਗੁਰੂ ਜੀ ਨੇ ਇਹ ਵਰਤਾਓ ਚੰਦੂ ਦੇ ਜ਼ੁਲਮ ਤੋਂ ਡਰ ਕੇ ਜਾਂ ਪਰਿਵਾਰ ਦੇ ਮੋਹ ਵਿੱਚ ਨਹੀਂ ਕੀਤਾ ਸੀ। ਉਹ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਸਨ। ਉਹ ਤਨ ਅਤੇ ਸੰਬੰਧਾਂ ਨੂੰ ਮਿੱਥਿਆ ਹੀ ਮੰਨਦੇ ਸਨ। ਉਹ ਕਿਸੇ ਪਾਸੋਂ ਡਰਦੇ ਨਹੀਂ ਸਨ। ਪਰ ਇਹ ਚੰਦੂ ਦੁਸ਼ਟ ਸੋਚਦਾ ਸੀ ਕਿ ਮੈਂ ਧਰਮ ਨਸ਼ਟ ਹੋਣ ਦਾ ਚੰਗਾ ਡਰ ਪਾਇਆ ਇਹਨਾਂ ਨੂੰ, ਇਹ ਰਿਸ਼ਤਾ ਮੰਨ ਲੈਣਗੇ। ਹੁਣ ਇਹ ਸੋਚ ਕੇ ਚੰਦੂ ਨੇ ਆਖਿਆ, ਸਿਪਾਹੀਆਂ ਨੂੰ ਕਿਹਾ ਜਾਓ ਇਹਨਾਂ ਨੂੰ ਇਸ਼ਨਾਨ ਕਰਾ ਕੇ ਲਿਆਓ। ਤੇ ਚੰਦੂ ਨੇ ਗੁਰੂ ਜੀ ਨੇ ਕਿਹਾ ਜਾਓ ਇਸ਼ਨਾਨ ਕਰੋ, ਕਿਸੇ ਤਰ੍ਹਾਂ ਆਪਣੇ ਪ੍ਰਾਣ ਬਚਾਓ ਅਤੇ ਮੇਰੀ ਗੱਲ ਮੰਨ ਲਵੋ। ਚੰਦੂ ਨੇ ਸਿਪਾਹੀਆਂ ਨੂੰ ਆਖਿਆ, 10 ਸਿਪਾਹੀ ਤਲਵਾਰਾਂ ਤੇ ਢਾਲਾਂ ਲੈ ਕੇ ਨਾਲ ਜਾਓ। ਇਹਨਾਂ ਨੂੰ ਆਪਣੀ ਨਜ਼ਰ ਹੇਠ ਰੱਖੋ, ਕਿਸੇ ਨਾਲ ਗੱਲ ਨਾ ਕਰਨ ਦਿਓ, ਇੱਧਰ ਉੱਧਰ ਕਿਧਰੇ ਨਾ ਜਾਣ ਦਿਓ। ਅੱਗੇ ਲਾ ਕੇ ਤੋਰੋ, ਕਿਸੇ ਗਲੀ ਵਿੱਚ ਜਾਣ ਤੋਂ ਰੋਕੋ, ਪਰ ਇਸ਼ਨਾਨ ਕਰਦਿਆਂ ਨੂੰ ਕੁਝ ਨਾ ਕਹਿਣਾ। ਫਿਰ ਗੁਰੂ ਜੀ ਨੇ ਇੱਕ ਚਾਦਰ ਨਾਲ ਆਪਣੇ ਸਰੀਰ ਨੂੰ ਢਕਿਆ ਤੇ ਸਿਪਾਹੀ ਗੁਰੂ ਜੀ ਨੂੰ ਸਖਤ ਪਹਿਰੇ ਹੇਠ ਸਿੱਖਾਂ ਸਮੇਤ ਲੈ ਤੁਰੇ। ਚਾਦਰ ਥੱਲੇ ਸਰੀਰ ਦੇ ਫਲੂਹੇ ਟਕੇ ਹੋਏ ਸਨ ਅਤੇ ਪੈਰਾਂ ਦੀਆਂ ਤਲੀਆਂ ਸੜੀਆਂ ਹੋਈਆਂ ਸਨ। ਗੁਰੂ ਜੀ ਭਾਈ ਪੁਰਾਣੇ ਦਾ ਮੋਢਾ ਫੜ ਕੇ ਹੌਲੀ ਹੌਲੀ ਚੱਲ ਰਹੇ ਸਨ। ਜਿਸ ਹਵੇਲੀ ਵਿੱਚ ਗੁਰੂ ਜੀ ਕੈਦ ਸਨ, ਉਸ ਦੀ ਇੱਕ ਮੋਰੀ ਜਾਂ ਛੋਟਾ ਦਰਵਾਜ਼ਾ ਨਦੀ ਵਾਲੇ ਪਾਸੇ ਨਿਕਲਦਾ ਸੀ। ਉਸ ਰਾਹੀਂ ਗੁਰੂ ਜੀ ਨੂੰ ਬਾਹਰ ਕੱਢਿਆ ਗਿਆ। ਕੋਈ ਮਨੁੱਖ ਗੁਰੂ ਜੀ ਨੂੰ ਵੇਖ ਕੇ ਨਮਸਕਾਰ ਕਰਦਾ ਸੀ। ਗੁਰੂ ਜੀ ਦੇ ਮੂੰਹ ਉੱਤੇ ਲਾਲ ਛਾਲੇ ਪਏ ਹੋਏ ਸਨ। 5 ਦਿਨਾਂ ਤੋਂ ਜਲ ਪਾਣੀ ਨਾ ਛਕਣ ਕਰਕੇ ਸਰੀਰ ਬਿਲਕੁਲ ਦੁਰਬਲ ਹੋ ਗਿਆ ਸੀ। ਮੂਰਖ ਚੰਦੂ ਨੇ ਗੁਰੂ ਜੀ ਦੀ ਦੇਹ ਨੂੰ ਭਾਰੀ ਦੁੱਖ ਦਿੱਤਾ ਸੀ। ਮਨੁੱਖ ਵੇਖ ਕੇ ਹੈਰਾਨ ਹੋ ਰਹੇ ਸਨ। ਪਰ ਗੁਰੂ ਜੀ ਦੀ ਬਿਰਤੀ ਪਹਿਲਾਂ ਵਾਂਗ ਹੀ ਆਨੰਦਮਈ ਸੀ। ਤਨ ਦੀ ਪੀੜ ਨਾਲ ਡਾਵਾਂਡੋਲ ਨਹੀਂ ਹੋਏ ਸਨ। ਗੁਰੂ ਜੀ ਹੌਲੀ ਹੌਲੀ ਰਾਵੀ ਕਿਨਾਰੇ ਪਹੁੰਚ ਗਏ। ਜਦ ਗੁਰੂ ਜੀ ਪਾਣੀ ਵਿੱਚ ਗਏ ਤਾਂ ਉਹ ਬਹੁਤ ਠੰਡਾ ਸੀ। ਪਹਿਲਾਂ ਗੁਰੂ ਜੀ ਨੇ ਆਪਣੇ ਹੱਥਾਂ ਅਤੇ ਮੁਖੜੇ ਨੂੰ ਧੋਤਾ, ਠੰਡੇ ਜਲ ਨਾਲ ਚੁਲੀਆਂ ਕੀਤੀਆਂ। ਭਾਈ ਲੰਗਾਹਾਂ ਨੇ ਗੁਰੂ ਜੀ ਦੇ ਚਰਨ ਸਾਫ਼ ਕੀਤੇ ਤੇ ਫਿਰ ਗੁਰੂ ਜੀ ਨੇ ਪਾਣੀ ਦੇ ਅੰਦਰ ਤੱਕ ਜਾ ਕੇ ਇਸ਼ਨਾਨ ਕੀਤਾ। ਫਿਰ ਗੁਰੂ ਜੀ ਨੇ ਖੁਸ਼ਕ ਕੱਪੜੇ ਨਾਲ ਆਪਣਾ ਸਰੀਰ ਸਾਫ਼ ਕੀਤਾ। ਫਿਰ ਗੁਰੂ ਜੀ ਨੇ ਪ੍ਰੇਮ ਨਾਲ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਬਾਕੀ 5 ਸਿੱਖਾਂ ਨੇ ਬਾਅਦ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਜੀ ਦੇ ਇਰਦ ਗਿਰਦ ਖੜੇ ਹੋ ਕੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਗੁਰੂ ਜੀ ਦੇ ਮੁਖਾਰਬਿੰਦ ਤੋਂ ਸੁਣਿਆ। ਗੁਰੂ ਜੀ ਨੇ ਪਾਠ ਦਾ ਭੋਗ ਪਾ ਕੇ ਸਿਰ ਨਵਾਇਆ ਅਤੇ ਫਿਰ ਸਿੱਖਾਂ ਨੂੰ ਆਖਿਆ, ਹੁਣ ਅਸੀਂ ਪਰਲੋਕ ਜਾਣਾ ਚਾਹੁੰਦੇ ਹਾਂ। ਜਿਵੇਂ ਸਾਡਾ ਚਿੱਤ ਕੀਤਾ ਹੈ ਅਸੀਂ ਉਵੇਂ ਹੀ ਇਸ ਭਾਣੇ ਨੂੰ ਵਰਤਾਇਆ। ਸ੍ਰੀ ਹਰਗੋਬਿੰਦ ਨੂੰ ਜਾ ਕੇ ਸਾਡੇ ਵੱਲੋਂ ਧੀਰਜ ਦੇਣਾ ਅਤੇ ਕਹਿਣਾ ਕਿ ਉਹ ਦੁੱਖ ਨਾ ਮਨਾਉਣ ਅਤੇ ਹੋਰਨਾਂ ਦੇ ਦੁੱਖਾਂ ਨੂੰ ਦੂਰ ਕਰਨ। ਸ੍ਰੀ ਗੁਰੂ ਅਮਰਦਾਸ ਜੀ ਦੀ ਸ਼੍ਰੋਮਣੀ ਅੰਸ਼ ਨੂੰ ਬੁਲਾ ਕੇ ਅਤੇ ਬਾਬਾ ਬੁੱਢਾ ਜੀ ਰਾਹੀਂ ਰੀਤੀ ਅਨੁਸਾਰ ਸ੍ਰੀ ਹਰਗੋਬਿੰਦ ਜੀ ਨੂੰ ਗੁਰਤਾ ਦਾ ਤਿਲਕ ਲਵਾਓ। ਬਾਬਾ ਬੁੱਢਾ ਜੀ ਅਤੇ ਆਦਿ ਸਿੱਖਾਂ ਦਾ ਸਨਮਾਨ ਕਰਨਾ। ਯੁੱਧ ਦੀ ਇੱਕ ਨਵੀਂ ਰੀਤੀ ਚਲਾਓ। ਬਾਕੀ ਸਭ ਪਹਿਲੇ ਗੁਰੂ ਸਾਹਿਬਾਨ ਵਾਂਗ ਹੀ ਕਰਨਾ। ਫਿਰ ਗੁਰੂ ਜੀ ਨੇ ਬਚਨ ਕੀਤੇ, ਦਾਹ ਦੇਹ ਨਹਿ ਕਰੋ ਹਮਾਰੀ, ਦੇਹੋ ਪ੍ਰਵਾਹ ਇਸ ਸਲਤਾ ਭਾਰੀ, ਦਰਸ਼ਨ ਹਮਰੋ ਇਹ ਦਰਿਆਓ, ਉੱਤਰ ਦਿਸ਼ ਸਿਰ ਦੱਖਣ ਪਾਓ।
ਭਾਈ ਸੰਤੋਖ ਸਿੰਘ ਜੀ ਨੇ ਗੁਰੂ ਜੀ ਦੇ ਬਚਨਾਂ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ। ਦਾਹ ਦੇਹ ਨਹਿ ਕਰੋ ਹਮਾਰੀ, ਦੇਹੋ ਪ੍ਰਵਾਹ ਇਸ ਸਲਤਾ ਬਾਰੀ। ਦਰਸ਼ਨ ਹਮਰੋ ਇਹੋ ਦਰਿਆਓ, ਉੱਤਰ ਦਿਸ਼ ਸਿਰ ਦੱਖਣ ਪਾਉ। ਭਾਵ ਕਿ ਸਾਡੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ, ਇਸ ਨੂੰ ਰਾਵੀ ਵਿੱਚ ਬਹਾ ਦੇਣਾ। ਰਾਵੀ ਦਰਿਆ ਦੇ ਦਰਸ਼ਨ ਹੀ ਸਾਡੇ ਦਰਸ਼ਨ ਹੋਣਗੇ। ਉੱਤਰ ਵਾਲੇ ਪਾਸੇ ਸਾਡਾ ਸਿਰ ਅਤੇ ਦੱਖਣ ਵਾਲੇ ਪਾਸੇ ਸਾਡੇ ਚਰਨ ਹੋਣਗੇ। ਫਿਰ ਉੱਥੇ ਇੱਕ ਰਬਾਬੀ ਆਇਆ, ਉਸ ਦੇ ਹੱਥ ਵਿੱਚ ਦੋਤਾਰਾ ਫੜਿਆ ਹੋਇਆ ਸੀ। ਗੁਰੂ ਜੀ ਨੇ ਉਸਨੇ ਗੁਰੂ ਜੀ ਨੂੰ ਪਛਾਣ ਲਿਆ ਅਤੇ ਫਿਰ ਨਮਸਕਾਰ ਕੀਤੀ। ਜਦ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਕੀਰਤਨ ਕਰੋ, ਤਾਂ ਉਸ ਦੋਤਾਰੇ ਵਾਲੇ ਰਬਾਬੀ ਨੇ ਬੰਦਨਾ ਕਰਕੇ ਸੁੰਦਰ ਸ਼ਬਦ ਗਾਇਨ ਕੀਤਾ। ਸੋ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਰਬਾਬੀ ਨੇ ਜੋ ਸ਼ਬਦ ਨੂੰ ਗਾਇਨ ਕੀਤਾ ਸੀ, ਉਸ ਸਮੇਂ ਆਮ ਰਬਾਬੀ ਵੀ ਭਜਨ ਦੇ ਰੂਪ ਦੇ ਵਿੱਚ ਗੁਰੂ ਜੀ ਵੱਲੋਂ ਰਚੇ ਗਏ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਹੋਰ ਸਭਨਾ ਥਾਂ ਭਜਨਾਂ ਦੀ ਥਾਵੇਂ ਗਾਇਨ ਕਰਦੇ ਸਨ। ਜਿੱਥੇ ਦੂਜੇ ਭਜਨਾਂ ਨੂੰ ਗਾਇਨ ਕਰਦੇ ਸਨ, ਉਸ ਸਮੇਂ ਦੇ ਰਬਾਬੀ ਦੋਤਾਰੀਏ ਉਹ ਗੁਰੂ ਗ੍ਰੰਥ ਵਿੱਚ ਦਰਜ ਕੀਤੀ ਬਾਣੀ ਨੂੰ ਵੀ ਉਸੇ ਤਰ੍ਹਾਂ ਹੀ ਗਾਇਨ ਕਰਦੇ ਸਨ। ਦੇਵਤਿਆਂ ਨੇ ਜਦ ਵੇਖਿਆ ਕਿ ਗੁਰੂ ਜੀ ਪਰਲੋਕ ਜਾਣ ਦੀ ਤਿਆਰੀ ਕਰਨ ਲੱਗੇ ਹਨ, ਤਾਂ ਬਰਮਾ, ਇੰਦਰ, ਬ੍ਰਹਸਪਤ, ਵਿਦਿਆਧਰ ਮਿਲ ਕੇ ਆਏ। ਕਿੰਨਰ, ਜੱਛ, ਅਪਛਰਾਂ ਵੀ ਆਈਆਂ। ਭੱਟ, ਸਿੱਧਾਂ ਸਮੇਤ ਗੋਰਖ ਵੀ ਆਇਆ। ਸਭ ਨੇ ਮਿਲ ਕੇ ਗੁਰੂ ਜੀ ਦਾ ਬਹੁਤ ਜਸ ਕੀਤਾ ਕਿ ਇਹਨਾਂ ਵਰਗਾ ਸੰਸਾਰ ਵਿੱਚ ਕੋਈ ਵੀ ਧੀਰਜਵਾਨ ਨਹੀਂ ਹੈ। ਕਿਸ ਨਾਲ ਤੁਲਨਾ ਕਰੀਏ? ਇਹਨਾਂ ਨੇ ਤਾਂ ਨਾ ਜਰੇ ਜਾਣ ਵਾਲੇ ਨੂੰ ਵੀ ਜਰਨ ਦੀ ਹੱਦ ਵਿਖਾ ਦਿੱਤੀ ਹੈ। ਇਹਨਾਂ ਦੀ ਉਪਮਾ ਇਹਨਾਂ ਨੂੰ ਹੀ ਬਣ ਆਉਂਦੀ ਹੈ। ਗੁਰੂ ਜੀ ਨੇ ਕੁਸ਼ਾ ਮੰਗਵਾਈ, ਜੋ ਇੱਕ ਬ੍ਰਾਹਮਣ ਦੇ ਘਰੋਂ ਲਿਆ ਕੇ ਧਰਤੀ ਉੱਤੇ ਵਿਛਾ ਦਿੱਤੀ ਗਈ। ਗੁਰੂ ਜੀ ਉਸ ਉੱਪਰ ਆਪਣਾ ਸਾਰਾ ਸਰੀਰ ਚਾਦਰ ਨਾਲ ਢੱਕ ਕੇ ਲੰਮੇ ਪੈ ਗਏ ਅਤੇ ਬੈਕੁੰਠ ਧਾਮ ਆਪਣੇ ਘਰ ਨੂੰ ਜਾਣ ਲੱਗੇ। ਇੱਕ ਸੁੰਦਰ ਵਿਮਾਨ ਆਇਆ। ਜਦ ਗੁਰੂ ਜੀ ਵਿਮਾਨ ਵਿੱਚ ਚੜ੍ਹ ਗਏ ਤਾਂ ਆਕਾਸ਼ ਵਿੱਚ ਅਨੇਕਾਂ ਧੌਂਸਿਆਂ ਦੇ ਡੰਕੇ ਵੱਜੇ। ਦੇਵਤਿਆਂ ਨੇ ਚਿੱਟੇ ਫੁੱਲਾਂ ਦੀ ਵਰਖਾ ਕੀਤੀ ਅਤੇ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗੇ। ਸਾਰਾ ਆਕਾਸ਼ ਲਾਲ ਰੰਗ ਦਾ ਹੋ ਗਿਆ। ਆਕਾਸ਼ ਦੀ ਲਾਲੀ ਦੇਖ ਕੇ ਸ਼ਹਿਰ ਦੇ ਸਾਰੇ ਲੋਕ ਹੈਰਾਨ ਹੋ ਰਹੇ ਸਨ ਅਤੇ ਜਾਣਦੇ ਸਨ ਕਿ ਕੁਝ ਬੁਰਾ ਹੋਣ ਵਾਲਾ ਹੈ। ਪਰ ਇਹ ਦੇਖ ਕੇ ਚੰਦੂ ਦੀ ਨੂੰਹ ਨੇ ਜਾਣ ਲਿਆ ਕਿ ਜੋ ਇੱਕ ਸਿੱਖ ਦੀ ਪੁੱਤਰੀ ਸੀ, ਉਸਨੇ ਜਾਣ ਲਿਆ ਕਿ ਗੁਰੂ ਜੀ ਨੇ ਹੁਣ ਸਰੀਰ ਦਾ ਤਿਆਗ ਕਰ ਦਿੱਤਾ ਹੈ। ਤਾਂ ਗੁਰੂ ਜੀ ਨੂੰ ਦਿੱਤੇ ਬਚਨਾਂ ਮੁਤਾਬਕ ਉਹ ਵੀ ਤੀਲੇ ਵਾਂਗ ਆਪਣੇ ਸਰੀਰ ਨੂੰ ਛੱਡ ਕੇ ਗੁਰੂ ਜੀ ਨੂੰ ਜਾ ਮਿਲੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਘਰ ਮੈਂ ਪਰੀ ਨ ਕਿਨਹੂ ਜਾਨੀ, ਭਈ ਗੁਰੂ ਸੰਗ ਭਾਗ ਮਹਾਨੀ। ਭਾਵ ਕਿ ਘਰ ਵਿੱਚ ਪਈ ਨੂੰ ਕਿਸੇ ਨੇ ਨਾ ਜਾਣਿਆ ਕਿ ਮਰ ਗਈ ਹੈ, ਕਿਉਂਕਿ ਉਹ ਕਈ ਦਿਨਾਂ ਤੋਂ ਐਸੇ ਤਰ੍ਹਾਂ ਹੀ ਮੰਜੀ ਉੱਤੇ ਪਈ ਰਹਿੰਦੀ ਸੀ। ਅੱਜ ਵੀ ਸਾਰਿਆਂ ਨੇ ਜਾਣਿਆ ਕਿ ਉਹ ਉਂਝੀ ਪਈ ਹੈ, ਪਰ ਉਹ ਵੱਡੇ ਭਾਗਾਂ ਵਾਲੀ ਤਾਂ ਗੁਰੂ ਜੀ ਦੇ ਨਾਲ ਹੀ ਚਲੀ ਗਈ ਸੀ। ਉਧਰ ਦੇਵਤੇ ਅਨੇਕਾਂ ਰਾਗਾਂ ਨੂੰ ਗਾਉਂਦੇ ਸਨ ਅਤੇ ਅਪਛਰਾਂ ਅੱਗੇ ਅੱਗੇ ਨਾਚ ਕਰਦੀਆਂ ਸਨ। ਜਿੱਥੋਂ ਤੱਕ ਕਿਸੇ ਦੇ ਜਾਣ ਦੀ ਸ਼ਕਤੀ ਸੀ, ਉਹ ਗੁਰੂ ਜੀ ਦੇ ਨਾਲ ਉੱਥੋਂ ਤੱਕ ਹੀ ਜਾਂਦਾ ਸੀ ਅਤੇ ਫਿਰ ਗੁਰੂ ਜੀ ਦਾ ਮੁਖੜਾ ਦੇਖ ਕੇ ਖੜਾ ਹੋ ਕੇ ਨਮਸਕਾਰ ਕਰਕੇ ਵਾਪਸ ਹੋ ਜਾਂਦਾ ਸੀ। ਗੋਰਖ ਪੀਰ ਆਦਿਕ ਸਭ ਬੰਦਨਾ ਕਰਕੇ ਮੁੜ ਆਏ। ਇੰਦਰ ਆਦਿ ਸਾਰੇ ਦੇਵਤੇ ਵੀ ਬੰਦਨਾ ਕਰਕੇ ਮੁੜ ਆਏ। ਬ੍ਰਹਮ ਲੋਕ ਤੱਕ ਗੁਰੂ ਜੀ ਦੇ ਨਾਲ ਗਿਆ। ਫਿਰ ਗੁਰੂ ਜੀ ਆਪਣੇ ਘਰ ਬੈਕੁੰਠ ਧਾਮ ਵਿੱਚ ਚਲੇ ਗਏ, ਜਿਹੜਾ ਸਾਰਿਆਂ ਘਰਾਂ ਦੇ ਨਾਲੋਂ ਉੱਚਾ ਘਰ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਕਈ ਦਿਨਾਂ ਤੱਕ ਸਮੂਹ ਦੇਵਤੇ ਗੁਰੂ ਜੀ ਦੀ ਉਸਤਤ ਕਰਦੇ ਰਹੇ ਕਿ ਗੁਰੂ ਜੀ ਦਾ ਚਰਿੱਤਰ ਅਚਰਜ ਹੈ। ਉਹਨਾਂ ਦੀ ਸਨਮਾਨਤਾ ਕੋਈ ਨਹੀਂ ਕਰ ਸਕਦਾ, ਨਾ ਕੋਈ ਪਹਿਲਾਂ ਹੋਇਆ ਤੇ ਨਾ ਹੀ ਕੋਈ ਅੱਗੇ ਹੋਵੇਗਾ। ਪੰਜੇ ਸਿੱਖ ਉਸ ਸਮੇਂ ਗੁਰੂ ਜੀ ਦੇ ਇਰਦ ਗਿਰਦ ਖੜੇ ਸਨ ਅਤੇ ਹੌਲੀ ਹੌਲੀ ਰੋ ਰਹੇ ਸਨ। ਭਾਈ ਜੇਠਾ ਜੀ ਨੇ ਰਬਾਬੀ ਨੂੰ ਕਿਹਾ, ਵਡਹੰਸ ਰਾਗ ਗਾਵੋ, ਗੁਰੂ ਜੀ ਪਰਲੋਕ ਨੂੰ ਚਲੇ ਗਏ ਹਨ।
ਉਧਰ ਪਾਪੀ ਚੰਦੂ ਕੈਦ ਵਾਲੀ ਥਾਂ ਉੱਤੇ ਬੈਠਾ ਇੰਤਜ਼ਾਰ ਕਰ ਰਿਹਾ ਸੀ ਕਿ ਗੁਰੂ ਜੀ ਹੁਣ ਤੱਕ ਕਿਉਂ ਨਹੀਂ ਆਏ। ਬਹੁਤ ਦੇਰ ਕਰ ਦਿੱਤੀ ਹੈ, ਕੀ ਗੱਲ ਹੋ ਗਈ। ਫਿਰ ਉਹ ਉਤਾਵਲਾ ਜਿਹਾ ਹੋ ਕੇ ਦਰਿਆ ਦੇ ਕਿਨਾਰੇ ਆ ਗਿਆ ਤੇ ਦੇਖਿਆ ਕਿ ਸੇਵਕ ਤੇ ਸੰਗੀ ਬਹੁਤ ਕੁਰਲਾ ਰਹੇ ਹਨ। ਗੁਰੂ ਜੀ ਚਾਦਰ ਤਾਣ ਕੇ ਪਏ ਹੋਏ ਹਨ। ਉਸਨੇ ਸੋਚਿਆ ਕਿ ਕਈ ਦਿਨਾਂ ਤੋਂ ਸੁੱਤੇ ਨਹੀਂ ਅਤੇ ਮੌਕਾ ਪਾ ਕੇ ਹੁਣ ਸੌਂ ਗਏ ਹਨ। ਗੁਰੂ ਜੀ ਨੂੰ ਸੁੱਤਿਆਂ ਜਾਣ ਕੇ ਚੰਦੂ ਕਹਿਣ ਲੱਗਾ, ਹੁਣ ਦੱਸੋ, ਨਾਤਾ ਮੰਨਦੇ ਹੋ ਕਿ ਨਹੀਂ? ਰਿਸ਼ਤਾ ਮੰਨਦੇ ਹੋ ਕਿ ਨਹੀਂ? ਧਰਮ ਜਾਣ ਤੋਂ ਦਿਲ ਵਿੱਚ ਡਰ ਗਏ ਹੋ? ਹੁਣ ਤੁਹਾਨੂੰ ਨੀਂਦ ਕਿਵੇਂ ਆ ਗਈ? ਨਿਸ਼ਚਿੰਤ ਹੋ ਕੇ ਸੁੱਖ ਨਾਲ ਕਿਉਂ ਸੌਂ ਰਹੇ ਹੋ? ਮੈਂ ਆਪਣੀ ਕੁਵਾਰੀ ਪੁੱਤਰੀ ਨੂੰ ਨਿਤ ਵੇਖਦਾ, ਮੈਨੂੰ ਵੀ ਨੀਂਦ ਛੱਡਿਆਂ ਬਹੁਤ ਦਿਨ ਹੋ ਗਏ ਹਨ। ਹੁਣ ਤੁਸੀਂ ਕਿਵੇਂ ਸੌਂ ਗਏ? ਫਿਰ ਬਿਧੀ ਚੰਦ ਨੇ ਰੋ ਕੇ ਆਖਿਆ, ਹੇ ਦੁਸ਼ਟ ਪਾਪੀ, ਤੂੰ ਬਹੁਤ ਦੁੱਖ ਪਾਪ ਕਮਾਇਆ, ਤੇਰੇ ਸਿਰ ਉੱਤੇ ਬਹੁਤ ਵੱਡਾ ਦੋਸ਼ ਚੜੇਗਾ। ਗੁਰੂ ਜੀ ਸਰੀਰ ਛੱਡ ਕੇ ਪ੍ਰਲੋਕ ਚਲੇ ਗਏ ਹਨ। ਹਥਿਆਰਿਆ, ਗੁਰੂ ਉੱਤੇ ਝੂਠ ਮੜ ਕੇ ਤੂੰ ਉਹਨਾਂ ਨੂੰ ਮਾਰ ਦਿੱਤਾ। ਹੁਣ ਤੂੰ ਬਚੇਗਾ ਨਹੀਂ, ਭਾਵੇਂ ਤੂੰ ਹਜ਼ਾਰਾਂ ਯਤਨ ਕਰ ਲੈ। ਚੰਦੂ ਆਪਣੇ ਦਿਲ ਵਿੱਚ ਬਹੁਤ ਡਰ ਗਿਆ ਅਤੇ ਤੁਰੰਤ ਪਿੱਛੇ ਮੁੜ ਕੇ ਆਪਣੇ ਘਰ ਚਲਾ ਗਿਆ। ਅੱਗੇ ਘਰ ਵਿੱਚ ਰੋਣ ਕਰਲਾਉਣ ਦੀ ਬਹੁਤ ਆਵਾਜ਼ ਆਈ। ਹੈਰਾਨ ਹੋ ਕੇ ਬੋਲਿਆ, ਕੀ ਹੋਇਆ? ਕਿਉਂ ਵਿਰਲਾਪ ਕਰਦੇ ਹੋ? ਇੱਥੇ ਹੁਣ ਕੌਣ ਮਰ ਗਿਆ ਜੋ ਤੁਸੀਂ ਰੋ ਰਹੇ ਹੋ? ਨੌਕਰ ਨੇ ਦੱਸਿਆ ਕਿ ਤੁਹਾਡੀ ਨੂੰਹ ਅਚਾਨਕ ਹੀ ਮਰ ਗਈ ਹੈ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਨਕ ਤਰਕ ਨਾ ਸੁਣਤ ਵਿਚਾਰੇ, ਬਿਨਾ ਰੋਗ ਕੇ ਮਰੀ ਉਚਾਰੇ। ਅਨਕ ਤਰਕ ਨਾ ਸੁਣਤ ਵਿਚਾਰੇ, ਬਿਨਾ ਰੋਗ ਕੇ ਮਰੀ ਉਚਾਰੇ। ਭਾਵ ਕਿ ਚੰਦੂ ਕਈ ਤਰੀਕਿਆਂ ਨਾਲ ਵਿਚਾਰ ਕੇ ਸੋਚ ਕੇ ਕਹਿੰਦਾ ਹੈ, ਇਹ ਬਿਨਾਂ ਰੋਗ ਤੋਂ ਕਿਵੇਂ ਮਰ ਗਈ। ਫਿਰ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਹਨ ਕਿ ਦੁਖੀ ਬਸੂਰਤ ਮੂਰਖ ਮਾਨੀ, ਮਨੋ ਕਸ਼ਟ ਕੀ ਉਪਜ ਨਿਸ਼ਾਨੀ। ਯਾਨੀ ਕਿ ਚੰਦੂ ਸੋਚ ਵਿਚਾਰ ਕੇ ਕਹਿੰਦਾ ਹੈ ਕਿ ਕਈ ਦਿਨਾਂ ਤੋਂ ਚੁੱਪ ਤੇ ਦੁਖੀ ਜੀ ਰਹਿੰਦੀ ਸੀ। ਉਹ ਦੇਖਣ ਨੂੰ ਹੀ ਦੁੱਖਾਂ ਦੀ ਮੂਰਤ ਲੱਗਦੀ ਸੀ। ਉਸ ਨੂੰ ਦੁੱਖਾਂ ਵਿੱਚ ਝੂਰਦੀ ਹੋਈ ਨੂੰ ਦੇਖ ਕੇ ਚੰਦੂ ਮੂਰਖ ਮਨ ਵਿੱਚ ਕਹਿੰਦਾ, ਲੱਗਦਾ ਇਹਨੂੰ ਗੁਰੂ ਦਾ ਦੁੱਖ ਲੱਗ ਗਿਆ। ਇਸ ਤਰ੍ਹਾਂ ਚੰਦੂ ਸੋਚਦਾ ਸੀ ਕਿ ਇਹ ਗੁਰੂ ਜੀ ਨੂੰ ਮੰਨਣ ਵਾਲਿਆਂ ਦੀ ਕੁੜੀ ਹੈ, ਇਸ ਨੂੰ ਕਿਸੇ ਪਾਸਿਓਂ ਗੁਰੂ ਦੀ ਸੂਹ ਮਿਲੀ ਹੋਣੀ ਹੈ, ਇਸ ਕਰਕੇ ਇਹ ਮੂਰਖ ਦੁਖੀ ਹੋ ਰਹੀ ਹੈ। ਇਸ ਕਰਕੇ ਉਹ ਨੂੰਹ ਨੂੰ ਦੁੱਖਾਂ ਦੀ ਨਿਸ਼ਾਨੀ ਮੰਨਦਾ ਸੀ। ਫਿਰ ਸਾਰੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਸਰੀਰ ਦੀ ਕਿਰਿਆ ਕਰਵਾਈ ਅਤੇ ਸੰਸਕਾਰ ਕਰਨ ਵਾਸਤੇ ਦਰਿਆ ਕਿਨਾਰੇ ਲੈ ਗਏ। ਉਧਰ ਗੁਰੂ ਜੀ ਦੇ ਪਰਲੋਕ ਗਵਨ ਦੀ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਚੰਦੂ ਦੇ ਘਰ ਗੁਰੂ ਜੀ ਸਰੀਰ ਛੱਡ ਗਏ ਹਨ ਅਤੇ ਹੁਣ ਗੁਰੂ ਜੀ ਦਾ ਸਰੀਰ ਨਦੀ ਦੇ ਕਿਨਾਰੇ ਪਿਆ। ਲੋਕ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਭੱਜ ਕੇ ਨਦੀ ਦਰਿਆ ਵੱਲ ਆ ਰਹੇ ਸਨ। ਬਹੁਤ ਭੀੜ ਇਕੱਠੀ ਹੋ ਗਈ ਸੀ। ਹਰ ਕੋਈ ਕੁਝ ਨਾ ਕੁਝ ਸਮੱਗਰੀ ਵਿੱਚ ਲੈ ਕੇ ਆਇਆ ਸੀ। ਅਤਰ ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਧਰਤੀ ਨੂੰ ਖੁਸ਼ਬੂਦਾਰ ਅਤੇ ਲਾਲ ਕਰ ਦਿੱਤਾ ਸੀ। ਸੰਗਤ ਨੇ ਬਿਧੀ ਚੰਦ ਤੋਂ ਸਾਰੀ ਵਾਰਤਾ ਪੁੱਛੀ ਤਾਂ ਉਹਨਾਂ ਨੇ ਆਦਿ ਤੋਂ ਲੈ ਕੇ ਅੰਤ ਤੱਕ ਸਾਰੀ ਦੁੱਖਾਂ ਦੀ ਵਾਰਤਾ ਕਹੀ ਅਤੇ ਨਾਲ ਹੀ ਗੁਰੂ ਜੀ ਦੇ ਅੰਤਮ ਬੋਲ ਵੀ ਸੰਗਤ ਨੂੰ ਕਹਿ ਕੇ ਸੁਣਾਏ ਕਿ ਗੁਰੂ ਜੀ ਨੇ ਕਿਹਾ ਹੈ ਕਿ ਸਾਡੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ, ਦਰਿਆ ਰਾਵੀ ਵਿੱਚ ਸਰੀਰ ਨੂੰ ਬਹਾ ਦੇਣਾ। ਇਹ ਦਰਿਆ ਹੀ ਸਾਡੇ ਦਰਸ਼ਨ ਹਨ। ਦਰਿਆ ਦਾ ਉੱਤਰ ਵਾਲਾ ਪਾਸਾ ਸਾਡਾ ਸਿਰ ਹੈ ਤੇ ਦਰਿਆ ਦਾ ਦੱਖਣ ਵਾਲਾ ਪਾਸਾ ਸਾਡੇ ਪੈਰ ਹਨ। ਸਿੱਖ ਸਾਰੀ ਵਾਰਤਾ ਸੁਣ ਕੇ ਬਹੁਤ ਰੋਏ। ਘਰ ਘਰ ਵਿੱਚ ਸਿੱਖ ਪਰਿਵਾਰ ਰੋ ਰਹੇ ਸਨ। ਸੰਗਤਾਂ ਨੇ ਜਲਦੀ ਨਾਲ ਇੱਕ ਸੁੰਦਰ ਵਿਵਾਨ ਤਿਆਰ ਕਰਵਾਇਆ। ਰੇਸ਼ਮ ਤੇ ਸੂਤੀ ਦੀ ਮਿਕਦਾਰ ਵਾਲੇ ਕੱਪੜੇ ਗੁਰੂ ਜੀ ਦੇ ਤਨ ਉੱਤੇ ਪਾਏ ਗਏ। ਗੁਰੂ ਜੀ ਦੇ ਸਰੀਰ ਨੂੰ ਦੇਖ ਕੇ ਸਿੱਖ ਬਹੁਤ ਦੁਖੀ ਹੋ ਰਹੇ ਸਨ ਅਤੇ ਚੰਦੂ ਨੂੰ ਵੱਧ ਦੁਆਵਾਂ ਦੇ ਰਹੇ ਸਨ। ਗੁਰੂ ਜੀ ਦੇ ਸਰੀਰ ਨੂੰ ਵਿਵਾਨ ਵਿੱਚ ਰੱਖ ਕੇ ਜੋ ਬਹੁਤ ਮਹਿੰਗੇ ਅਤੇ ਜਰੀ ਨਾਲ ਢਕੇ ਹੋਏ ਰੇਸ਼ਮ ਦੇ ਦੁਸਾਲੇ ਸਨ, ਜੋ ਬਹੁਤ ਹੀ ਮਹਿੰਗੇ ਅਤੇ ਜਰੀ ਦੇ ਨਾਲ ਕੱਢੇ ਹੋਏ ਰੇਸ਼ਮ ਦੇ ਦੁਸਾਲੇ ਸਨ, ਉਹ ਗੁਰੂ ਜੀ ਦੇ ਉੱਪਰ ਪਾਏ ਗਏ। ਸਭ ਸੰਗਤ ਉੱਚੀ ਆਵਾਜ਼ ਵਿੱਚ ਗੁਰੂ ਜੀ ਦੀ ਜੈ ਜੈਕਾਰ ਕਰ ਰਹੀ ਸੀ। ਬਹੁਤ ਸੰਖਾਂ ਦੀ ਇਕੱਠਿਆਂ ਹੀ ਆਵਾਜ਼ ਆਉਂਦੀ ਸੀ।
ਚਾਰ ਛਫੇਰੇ ਚੌਰ ਝੂਲ ਰਹੇ ਸਨ। ਬਹੁਤ ਸਾਰੇ ਫੁੱਲ ਬਿਬਾਨ ਨਾਲ ਲਟਕਾਏ ਗਏ ਸਨ। ਬਹੁਤ ਲੋਕ ਚੰਦੂ ਦੀ ਨਿੰਦਿਆ ਕਰਦੇ ਸਨ। ਬਹੁਤ ਲੋਕ ਗੁਰੂ ਜੀ ਦੇ ਬਿਬਾਨ ਤੋਂ ਧਨ ਸੁੱਟ ਰਹੇ ਸਨ। ਕੋਈ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਸੀ ਤੇ ਕੋਈ ਗੁਰੂ ਗੁਰੂ ਜਪ ਰਿਹਾ ਸੀ। ਇਸ ਤਰ੍ਹਾਂ ਗੁਰੂ ਜੀ ਦਾ ਬਿਬਾਨ ਲੈ ਕੇ ਸਿੱਖ ਰਾਵੀ ਦਰਿਆ ਦੇ ਅੰਦਰ ਤੱਕ ਚਲੇ ਗਏ, ਜਿੱਥੇ ਬੜਾ ਤੇਜ਼ ਪਾਣੀ ਵਗਦਾ ਸੀ। ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹਾ, ਭਾਈ ਪੁਰਾਣਾ ਤੇ ਭਾਈ ਪੈੜਾ ਜੀ, ਇਹਨਾਂ ਪੰਜਾਂ ਸਿੱਖਾਂ ਨੂੰ ਗੁਰੂ ਜੀ ਨੇ ਅੰਤ ਸਮੇਂ ਜੋ ਸਮਝਾਇਆ ਸੀ, ਇਹਨਾਂ ਨੇ ਉਸੇ ਪ੍ਰਕਾਰ ਪਾਣੀ ਦੇ ਤੇਜ਼ ਪ੍ਰਵਾਹ ਵਿੱਚ ਲਿਜਾ ਕੇ ਗੁਰੂ ਜੀ ਦੇ ਬਿਬਾਨ ਨੂੰ ਮੋਢਿਆਂ ਤੋਂ ਉਤਾਰ ਕੇ ਰੱਖ ਦਿੱਤਾ। ਜਦ ਬਿਬਾਨ ਨੂੰ ਜਲ ਉੱਤੇ ਰੱਖਿਆ ਤਾਂ ਜਲ ਦੇ ਦੇਵਤਾ ਵਰਣ ਨੇ ਗੁਰੂ ਜੀ ਦੇ ਸਰੀਰ ਨੂੰ ਆਪਣੇ ਹੱਥਾਂ ਉੱਪਰ ਚੁੱਕ ਕੇ ਜਲ ਸਰੂਪ ਹੀ ਕਰ ਦਿੱਤਾ। ਸੈਂਕੜੇ ਸਿੱਖਾਂ ਨੇ ਨਦੀ ਤੋਂ ਬਾਹਰ ਆ ਕੇ ਜਦ ਪ੍ਰਗਟ ਰੂਪ ਵਿੱਚ ਦੇਖਿਆ ਤਾਂ ਉੱਥੇ ਕੁਝ ਵੀ ਦਿਖਾਈ ਨਹੀਂ ਦਿੱਤਾ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਦਾ ਸਰੂਪ ਜਲ ਰੂਪ ਹੀ ਹੋ ਗਿਆ ਸੀ। ਇਸ ਤਰ੍ਹਾਂ ਵੇਖ ਕੇ ਸਭ ਹੈਰਾਨ ਹੋਏ। ਜਿਵੇਂ ਰਘੁਵੰਸ਼ੀ ਰਾਮਚੰਦਰ ਜੀ ਸਰੀਰ ਛੱਡਣ ਵੇਲੇ ਸਰਜੂ ਨਦੀ ਵਿੱਚ ਪ੍ਰਵੇਸ਼ ਕਰਕੇ ਬਾਅਦ ਵਿੱਚ ਦਿਖਾਈ ਹੀ ਨਹੀਂ ਦਿੱਤੇ ਸਨ। ਇਸੇ ਤਰ੍ਹਾਂ ਇਸਤਰੀ ਪੁਰਸ਼ ਗੁਰੂ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਕਰਕੇ ਧਰਮਸ਼ਾਲਾ ਵਿੱਚ ਆ ਗਏ ਅਤੇ ਗੁਰੂ ਜੀ ਨੂੰ ਯਾਦ ਕਰਕੇ ਸਿੱਖਾਂ ਦੀਆਂ ਅੱਖਾਂ ਵਿੱਚੋਂ ਜਲ ਵਹਿ ਰਿਹਾ ਸੀ। ਦੋਤਾਰੇ ਵਾਲੇ ਰਬਾਬੀ ਨੇ ਸਾਰੀ ਸੰਗਤ ਸਾਹਮਣੇ ਸ਼ਬਦ ਦਾ ਕੀਰਤਨ ਕੀਤਾ। ਸੰਗਤ ਨੇ ਬਹੁਤ ਧਨ ਤੇ ਹੋਰ ਵਸਤੂਆਂ ਰਬਾਬੀ ਨੂੰ ਦਿੱਤੀਆਂ, ਜਿਸ ਨਾਲ ਉਸ ਦੀ ਭੁੱਖ ਤੇ ਗਰੀਬੀ ਚਲੀ ਗਈ। ਉਸ ਨੂੰ ਦੁਬਾਰਾ ਮੰਗਣ ਦੀ ਲੋੜ ਨਹੀਂ ਪਈ। ਦੋਤਾਰੇ ਵਾਲੇ ਨੂੰ ਸੰਗਤਾਂ ਇਸ ਤਰ੍ਹਾਂ ਕਰਕੇ ਵੀ ਮਾਣ ਦੇ ਰਹੀਆਂ ਸਨ ਕਿ ਉਸਨੇ ਗੁਰੂ ਜੀ ਦੇ ਅੰਤਮ ਸਮੇਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਰਾਗ ਸੁਣਾਇਆ ਸੀ। ਉਸ ਦਿਨ ਸਾਰੇ ਧਰਮਸ਼ਾਲਾ ਵਿੱਚ ਹੀ ਰਹੇ, ਕਿਸੇ ਨੇ ਵੀ ਭੋਜਨ ਨਹੀਂ ਖਾਧਾ। ਸਾਰੇ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰ ਰਹੇ ਸਨ ਜਿਵੇਂ ਮਹਾਰਾਜੇ ਬਿਨਾਂ ਸੈਨਾ, ਲਾੜੇ ਤੋਂ ਬਿਨਾਂ ਬਰਾਤ, ਚੰਦਰਮਾ ਤੋਂ ਬਿਨਾਂ ਰਾਤ, ਗੁਰੂ ਬਿਨਾਂ ਸੰਗਤ, ਰਾਜੇ ਬਗੈਰ ਪਰਜਾ, ਪਤੀ ਬਿਨਾਂ ਪਤੀਵਰਤੀ ਨਾਰੀ, ਸਰਪੰਚ ਬਿਨਾਂ ਪਿੰਡ। ਐਵੇਂ ਹੀ ਸੰਗਤ ਗੁਰੂ ਜੀ ਬਿਨਾਂ ਉਦਾਸ ਹੋਈ ਸੀ। ਸੋ ਹਰ ਵੇਲੇ ਗੁਰੂ ਜੀ ਦੇ ਦਰਸ਼ਨ ਕਰਦੇ ਸਨ ਜੋ ਸਿੱਖ, ਉਹ ਅੱਜ ਦਰਸ਼ਨਾਂ ਬਿਨਾਂ ਧੀਰਜ ਨਹੀਂ ਬਣ ਰਹੇ ਸਨ। ਸਾਰੀ ਰਾਤ ਸੋਚਦਿਆਂ ਬਤੀਤ ਹੋ ਗਈ। ਦਿਨ ਚੜ੍ਹਿਆ ਤਾਂ ਸਾਰੀ ਸੰਗਤ ਨੇ ਇਕੱਤਰ ਹੋ ਕੇ ਰਾਵੀ ਦਰਿਆ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਜੀ ਦੇ ਉਸ ਸਥਾਨ ਨੂੰ ਨਮਸਕਾਰ ਕੀਤੀ ਜਿੱਥੇ ਗੁਰੂ ਜੀ ਨੇ ਸਰੀਰ ਦਾ ਤਿਆਗ ਕੀਤਾ ਸੀ। ਫਿਰ ਦਰਿਆ ਰਾਵੀ ਦੇ ਦਰਸ਼ਨ ਕੀਤੇ। ਉੱਤਰ ਤੋਂ ਦੱਖਣ ਵੱਲ ਦੇਖਿਆ ਤਾਂ ਉਹਨਾਂ ਨੂੰ ਸਾਖਿਅਤ ਰੂਪ ਵਿੱਚ ਗੁਰੂ ਜੀ ਦੇ ਦਰਸ਼ਨ ਹੋਏ। ਫਿਰ ਪੰਜੇ ਸਿੱਖ ਸਾਰੀ ਸੰਗਤ ਨੂੰ ਮਿਲ ਕੇ ਅੰਮ੍ਰਿਤਸਰ ਵੱਲ ਚੱਲ ਪਏ। ਉਹ ਇਵੇਂ ਜਾ ਰਹੇ ਸਨ ਜਿਵੇਂ ਮੈਦਾਨ ਵਿੱਚੋਂ ਜੰਗ ਹਾਰ ਕੇ ਆਏ ਹੋਣ, ਜਿਵੇਂ ਜੰਗਲ ਵਿੱਚ ਬਾਣੀਏ ਦੀਆਂ ਸਾਰੀਆਂ ਵਸਤੂਆਂ ਕਿਸੇ ਨੇ ਲੁੱਟ ਲਈਆਂ ਹੋਣ। ਮਨ ਵਿੱਚ ਸੋਚਦੇ ਜਾਂਦੇ ਸੀ ਕਿ ਜਦ ਮਾਤਾ ਜੀ ਨੂੰ ਜਾ ਕੇ ਦੱਸਾਂਗੇ ਤਾਂ ਉਹਨਾਂ ਦੇ ਦੁੱਖ ਭਰੇ ਸ਼ਬਦ ਸਾਡੇ ਸੀਨੇ ਵਿੱਚ ਸੂਲੀ ਵਾਂਗ ਚੁਭਣਗੇ। ਉਹ ਵਿਆਕੁਲ ਹੋ ਕੇ ਧਰਤੀ ਉੱਤੇ ਡਿੱਗ ਪੈਣਗੇ। ਜੋ ਬੋਲ ਅਸੀਂ ਮਾਤਾ ਜੀ ਅੱਗੇ ਬੋਲਾਂਗੇ ਉਹ ਬੋਲ ਬੋਲਣੇ ਸਾਡੇ ਲਈ ਧਿਰਕਾਰ ਹੋਵੇਗਾ। ਸ੍ਰੀ ਹਰਗੋਬਿੰਦ ਜੀ ਦੀ ਹਾਲੇ ਬਾਲਕ ਉਮਰ ਹੈ। ਅਜਿਹੇ ਸ਼ਬਦ ਸੁਣ ਕੇ ਉਹ ਸਾਡੇ ਕੋਲੋਂ ਪੁੱਛਣਗੇ ਕਿ ਮੇਰੇ ਪਿਤਾ ਜੀ ਨੂੰ ਕਿੱਥੇ ਛੱਡ ਆਏ ਹੋ। ਕਿ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਅਸੀਂ ਜਿਉਂਦੇ ਚੱਲ ਕੇ ਆਏ ਹਾਂ। ਆਪਣੇ ਗੁਰੂ ਦੀ ਅਜਿਹੀ ਦਸ਼ਾ ਦੇਖ ਕੇ ਅਸੀਂ ਦੁੱਖ ਨਹੀਂ ਪਾਇਆ। ਜਦ ਗੁਰੂ ਜੀ ਜਲ ਵਿੱਚ ਵਹਿ ਕੇ ਸਾਡੇ ਨਾਲੋਂ ਵਿਛੜ ਗਏ, ਸਾਡਾ ਚਿੱਕੜ ਰੂਪ ਹਿਰਦਾ ਪਾਟ ਕਿਉਂ ਨਹੀਂ ਗਿਆ। ਸਾਡੇ ਨਾਲੋਂ ਤਾਂ ਜੰਗਲ ਦੇ ਜੀਵ ਜੰਤੂ ਚੰਗੇ ਹਨ ਜੋ ਘੰਟੀ ਦਾ ਨਾਦ ਸੁਣ ਕੇ ਹਿਰਨ ਵਰਗੇ ਜੀਵ ਮੌਤ ਦੀ ਪਰਵਾਹ ਨਹੀਂ ਕਰਦੇ। ਟੇਡੀਆਂ ਮੇਢੀਆਂ ਜੂਨਾਂ ਵਾਲੇ ਕੀੜੇ ਮਕੌੜੇ ਦੀਵੇ ਉੱਪਰ ਸੜ ਕੇ ਮਰ ਜਾਂਦੇ ਹਨ। ਮੱਛੀ ਪਾਣੀ ਬਿਨਾਂ ਮਰ ਜਾਂਦੀ ਹੈ। ਭੌਰਾ ਸੁਗੰਧੀ ਲੈਣ ਦਾ ਸੁਭਾਅ ਨਹੀਂ ਛੱਡਦਾ ਅਤੇ ਕੇਤਕੀ ਦੇ ਫੁੱਲ ਵਿੱਚ ਵਿੰਨਿਆ ਜਾਂਦਾ। ਪਰ ਅਸੀਂ ਆਪਣੇ ਜੀਵਨ ਦਾਤੇ ਦੇ ਤਸੀਹੇ
ਆਪਣੀਆਂ ਅੱਖਾਂ ਨਾਲ ਦੇਖ ਕੇ ਪੰਜੇ ਦੇ ਪੰਜੇ ਹੀ ਹਾਲੀ ਜਾਂਦੇ ਹਾਂ। ਅਸੀਂ ਕਹਿੰਦੇ ਤਾਂ ਹਾਂ ਕਿ ਅਸੀਂ ਸਦਾ ਹੀ ਉੱਤਮ ਪ੍ਰੇਮ ਨਿਭਾਇਆ ਹੈ, ਪਰ ਇੱਕ ਐਸਾ ਪ੍ਰੇਮ ਹੈ, ਪਹਿਲਾਂ ਗੁਰੂ ਨੂੰ ਤਸੀਹੇ ਸਹਿੰਦੇ ਵੇਖਦੇ ਰਹੇ ਹਾਂ ਅਤੇ ਹੁਣ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਪੁੱਤਰ ਨੂੰ ਦੁਖੀ ਵੇਖਾਂਗੇ। ਇਸ ਤਰ੍ਹਾਂ ਰੌਣਕ ਤੋਂ ਫਿੱਕੇ ਮੂੰਹ ਲੈ ਕੇ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋ ਗਏ ਅਤੇ ਉਹਨਾਂ ਦੀਆਂ ਅਥਰੂ ਭਰੀਆਂ ਅੱਖਾਂ ਸਭ ਨੂੰ ਦੇਖ ਰਹੀਆਂ ਸਨ। ਜਿੱਥੇ ਸ੍ਰੀ ਹਰਗੋਬਿੰਦ ਜੀ ਖੜੇ ਸਨ, ਉੱਥੇ ਜਾ ਕੇ ਉਹਨਾਂ ਦੇ ਚਰਨਾਂ ਉੱਤੇ ਬੰਦਨਾ ਕੀਤੀ। ਜਿਸ ਦਿਨ ਅਤੇ ਜਿਸ ਥਾਂ ਤੋਂ ਗੁਰੂ ਜੀ ਸ੍ਰੀ ਹਰਗੋਬਿੰਦ ਜੀ ਤੋਂ ਵਿਛੜੇ ਸਨ ਤੇ ਲਾਹੌਰ ਗਏ ਸਨ, ਉਸ ਦਿਨ ਤੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਰੋਜ਼ ਹੀ ਉਸ ਥਾਂ ਉੱਤੇ ਖੜੇ ਹੋ ਕੇ ਦਿਨ ਗਿਣਦੇ ਰਹਿੰਦੇ ਸਨ। ਉਹ ਆਪਣੇ ਗੁਰੂ ਪਿਤਾ ਜੀ ਦੇ ਵਿਛੋੜੇ ਵਿੱਚ ਵਿਆਕੁਲ ਰਹਿੰਦੇ ਸਨ। ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣੇ ਗੁਰੂ ਪਿਤਾ ਜੀ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਦ ਗੁਰੂ ਜੀ ਆਉਣ ਅਤੇ ਆ ਕੇ ਸੁੰਦਰ ਦਰਸ਼ਨ ਦਿਖਾਉਣ। ਉਹ ਸੋਚਦੇ ਸਨ ਕਿ ਜਦ ਉਹ ਦੀਵਾਨ ਲਗਾ ਕੇ ਬੈਠਦੇ ਸਨ ਤਾਂ ਸਿੱਖ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਸਨ। ਹੁਣ ਉਹਨਾਂ ਨੂੰ ਫਿਰ ਉਸੇ ਤਰ੍ਹਾਂ ਦੇਖ ਕੇ ਕਦ ਆਨੰਦ ਪ੍ਰਾਪਤ ਹੋਵੇਗਾ, ਤਾਂ ਕਿ ਜਨਮਾਂ ਜਨਮਾਂ ਦੀਆਂ ਫਾਹੀਆਂ ਕੱਟੀਆਂ ਜਾਣ, ਉਦਾਸ ਮਨ ਫੇਰ ਤੋਂ ਸ਼ਾਂਤੀ ਪ੍ਰਾਪਤ ਕਰ ਲਵੇ। ਕਦ ਉਹਨਾਂ ਦੇ ਖੁਸ਼ ਨਸੀਬ ਦਰਸ਼ਨ ਹੋਣਗੇ ਅਤੇ ਕਦ ਛਾਤੀ ਵਿੱਚ ਠੰਡ ਪਵੇਗੀ। ਇਸ ਤਰ੍ਹਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਥਾਂ ਦੇ ਉੱਪਰ ਹਰ ਰੋਜ਼ ਖੜੇ ਹੋ ਕੇ ਸੋਚਦੇ ਸਨ, ਜਿਸ ਥਾਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਾਹੌਰ ਜਾਣ ਵਾਸਤੇ ਆਖਰੀ ਸਮੇਂ ਸ੍ਰੀ ਹਰਗੋਬਿੰਦ ਸਾਹਿਬ ਜੀ ਤੋਂ ਵਿਛੜੇ ਸਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦੀ ਕਥਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।